हाँ जी मेरे प्यारे विद्यार्थियों, ਅੱਜ ਆਪਾਂ ਗੱਲ ਕਰ ਰਹੇ ਹਾਂ ਸੁਹਾਗ ਦਾ ਅਗਲਾ ਭਾਗ, ਜਿਸ ਦਾ ਸਿਰਲੇਖ ਹੈ ਸਾਡਾ ਚਿੜੀਆਂ ਦਾ ਚੰਬਾ ਵੇ। ਤਾਂ ਇਸ ਦੇ ਵਿੱਚ ਕੁੜੀ ਵਿਆਹੀ ਜਾ ਰਹੀ ਹੁੰਦੀ ਆ ਤੇ ਉਹ ਆਪਣੇ ਬਾਬਲ ਨੂੰ ਇਹ ਕਹਿੰਦੀ ਹੈ ਕਿ ਉਸ ਨੂੰ ਜਿਹੜਾ ਉਸਦਾ ਡੋਲਾ ਹੈ, ਡੋਲਾ ਮਤਲਬ ਹੁੰਦਾ ਹੈ ਕਿ ਇੱਕ ਲੱਕੜੀ ਦਾ ਬਣਿਆ ਹੁੰਦਾ ਜਿਸ ਦੇ ਵਿੱਚ ਕੁੜੀ ਬੈਠ ਕੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਂਦੀ ਆ। ਜਿਸ ਤਰੀਕੇ ਨਾਲ ਅੱਜ ਦੇ ਸਮੇਂ ਦੇ ਵਿੱਚ ਵਿਆਹ ਤੋਂ ਬਾਅਦ ਕੁੜੀ ਨੂੰ ਕਾਰ ਵਿੱਚ ਬਿਠਾ ਕੇ ਲੈ ਕੇ ਜਾਂਦੇ ਆ ਜਾਂ ਕੋਈ ਹੋਰ ਸਾਧਨ ਹੁੰਦਾ, ਪਰ ਪੁਰਾਣੇ ਸਮਿਆਂ ਦੇ ਵਿੱਚ ਆਵਾਜਾਈ ਦੀਆਂ ਇੰਨੇ ਸਾਧਨ ਨਾ ਹੋਣ ਕਰਕੇ ਲੋਕ ਜਿਹੜੇ ਹੈਗੇ ਆ ਇਹ ਆਪਣੀ ਬੇਟੀ ਨੂੰ ਡੋਲੇ ਦੇ ਵਿੱਚ ਬਿਠਾ ਕੇ, ਜਿਸ ਨੂੰ 4 ਲੋਕ ਚੱਕ ਕੇ ਲੈ ਕੇ ਜਾਂਦੇ ਸਨ, ਤਾਂ ਉਸ ਡੋਲੇ ਦੀ ਇੱਥੇ ਗੱਲ ਕੀਤੀ ਗਈ ਹੈ। ਤਾਂ ਉਹ ਲੱਕੜੀ ਦਾ ਬਣਿਆ ਹੁੰਦਾ, ਤਾਂ ਪੁਰਾਣੇ ਸਮਿਆਂ ਦੀ ਗੱਲ ਕਰਦੀ ਹੈ ਉਹ, ਤੇ ਬਹਾਨੇ ਮਾਰਦੀ ਹੈ ਕਿ ਉਸ ਨੂੰ ਜਿਹੜਾ ਹੈਗਾ ਉਸਦੇ ਆਪਣੇ ਜਿਹੜੇ ਬਾਬਲ ਦੇ ਘਰ ਵਿੱਚ ਰਹਿਣ ਦੀ ਹੋਰ ਪਰਮਿਸ਼ਨ ਦਿੱਤੀ ਜਾਵੇ। ਤਾਂ ਆਓ ਹੁਣ ਇਸ ਨੂੰ ਅੱਗੇ ਤੁਹਾਡੇ ਰੂਬਰੂ ਕਰਦੇ ਹਾਂ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ, ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ। ਇੱਥੇ ਹੁਣ ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ ਦੇ ਵਿੱਚ ਇਹ ਜਿਹੜੀ ਵਰਡਿੰਗ ਹੈ, ਇਹ ਜਿਹੜੇ ਸ਼ਬਦ ਵਾਕ ਨੇ, ਇਹ ਪਿਤਾ ਵੱਲੋਂ ਵਰਤੇ ਜਾਂਦੇ ਨੇ। ਉਸ ਤੋਂ ਪਹਿਲਾਂ ਵਾਲੇ ਵਾਕ ਜਿਹੜੇ ਹੈਗੇ ਆ ਉਹ ਇੱਕ ਬੇਟੀ ਵੱਲੋਂ ਵਰਤੇ ਜਾਂਦੇ ਆ। ਫਿਰ ਅਗਲੇ ਪੈਰੇ ਵਿੱਚ ਕਹਿੰਦੀ ਆ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ। ਅੱਗੋਂ ਪਿਤਾ ਕਹਿੰਦਾ ਇੱਕ ਟਾਹਲੀ ਪੁਟਾ ਦੇਵਾਂ ਧੀਏ ਘਰ ਜਾ ਆਪਣੇ। ਤਾਂ ਉਸ ਤੋਂ ਅੱਗੇ ਫਿਰ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇਗਾ, ਮੇਰੀਆਂ ਖੇਡਣ ਪੋਤਰੀਆਂ ਨੀ ਧੀਏ ਘਰ ਜਾ ਆਪਣੇ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇਗਾ, ਮੇਰੀਆਂ ਕੱਤਣ ਪੋਤਰੀਆਂ ਨੀ ਧੀਏ ਘਰ ਜਾ ਆਪਣੇ। ਮੇਰਾ ਛੋਟਾ ਕਸੀਦਾ ਵੇ ਬਾਬਲ ਕੌਣ ਕੱਢੇ, ਮੇਰੀਆਂ ਕੱਢਣ ਪੋਤਰੀਆਂ ਨੀ ਧੀਏ ਘਰ ਜਾ ਆਪਣੇ। ਤਾਂ ਇਹ ਸੁਹਾਗ ਦੇ ਵਿੱਚ ਉਹ ਗੀਤ ਹੈ ਜਿਸ ਸਮੇਂ ਦੀ ਗੱਲ ਕੀਤੀ ਗਈ ਹੈ ਜਦੋਂ ਕੁੜੀ ਡੋਲੀ ਜਿਹੜੀ ਉਸਦੀ ਤੁਰ ਰਹੀ ਹੁੰਦੀ ਹੈ, ਮਤਲਬ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਜਾਂਦੀਆਂ ਹੁੰਦੀਆਂ ਨੇ। ਅਤੇ ਜਦੋਂ ਆਪਾਂ ਹੁਣ ਅੱਜ ਵੀ ਦੇਖਦੇ ਹਾਂ ਸ਼ਾਮ ਨੂੰ 5 ਵਜੇ 4 ਵਜੇ ਜਦੋਂ ਕੁੜੀ ਸਹੁਰੇ ਪਰਿਵਾਰ ਵੱਲ ਜਾਂਦੀ ਹੈ, ਤਾਂ ਉਹ ਸਮਾਂ ਇੱਥੇ ਬਿਆਨ ਕੀਤਾ ਗਿਆ। ਅਤੇ ਇੱਥੇ ਇੱਕ ਬਾਪ ਦੀ ਅਤੇ ਇੱਕ ਕੁੜੀ ਦੀ ਵਾਰਤਾਲਾਪ ਹੈ ਜਿਸ ਦੇ ਵਿੱਚ ਉਹ ਆਪਣੇ ਬਾਬਲ ਦੇ ਘਰ ਰਹਿਣਾ ਚਾਹੁੰਦੀ ਹੁੰਦੀ ਹੈ। ਤਾਂ ਇਸ ਕਰਕੇ ਉਸ ਨੂੰ ਕੁਛ ਨਾ ਕੁਛ ਯਾਦ ਦਿਵਾਉਂਦੀ ਹੈ ਕਿ ਉਸ ਨੂੰ ਉਸਦੇ ਘਰ ਵਿੱਚ ਰਹਿਣ ਦੀ ਪਰਮਿਸ਼ਨ ਦਿੱਤੀ ਜਾਵੇ। ਤਾਂ ਹੁਣ ਆਪਾਂ ਇਸ ਦੀ ਵਿਆਖਿਆ ਕਰਦੇ ਹਾਂ। ਕਹਿੰਦੇ ਆ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ। ਤਾਂ ਇੱਥੇ ਲੜਕੀ ਕਹਿੰਦੀ ਆ ਕਿ ਉਹਨਾਂ ਦੀ ਜਿਹੜਾ ਰਹਿਣ ਬਸੇਰਾ ਹੈ ਉਹ ਇੱਕ ਚਿੜੀਆਂ ਦੇ ਘਰੌਣੇ ਵਰਗਾ ਹੈ, ਚਿੜੀਆਂ ਦੇ ਚੰਬੇ ਵਰਗਾ ਹੈ। ਜਿਸ ਤਰੀਕੇ ਨਾਲ ਚਿੜੀਆਂ ਨੇ ਇੱਕ ਲੰਬੀ ਉਡਾਰ ਭਰਨੀ ਹੁੰਦੀ ਹੈ, ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਵੀ ਉੱਡ ਜਾਣਾ। ਮਤਲਬ ਜਿਹੜਾ ਕੁੜੀਆਂ ਦਾ ਇਕੱਠ ਹੈ, ਉਹ ਸਹੇਲੀਆਂ ਨੇ, ਉਹ ਇੱਕ ਚਿੜੀਆਂ ਦੇ ਝੁਰਮਟ ਦੀ ਤਰ੍ਹਾਂ ਉਹਨਾਂ ਨੇ ਤੁਲਨਾ ਕੀਤੀ ਆ ਕਿ ਉਹਨਾਂ ਨੇ ਪਤਾ ਨਹੀਂ ਕਿਹੜੇ ਦੇਸ਼ ਚਲੀਆਂ ਜਾਣਾ ਹੈ, ਇੱਕ ਦੂਜੀ ਤੋਂ ਅਲੱਗ ਹੋ ਜਾਣਾ ਹੈ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ, ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੀ। ਤਾਂ ਇੱਥੇ ਉਹ ਗੱਲ ਕਰਦੀ ਹੈ ਲੜਕੀ, ਉਹ ਕਹਿੰਦੀ ਹੈ ਕਿ ਜਿਹੜੀ ਮੇਰੀ ਡੋਲੀ ਹੈ, ਵਿਆਹ ਵਾਲੀ ਜਿਹੜੀ ਡੋਲੀ ਹੈ, ਉਹ ਉਸਦੇ ਘਰ ਦੇ ਵਿੱਚੋਂ ਨਹੀਂ ਨਿਕਲ ਰਹੀ। ਮਤਲਬ ਉਸਦੇ ਘਰ ਦਾ ਦਰਵਾਜ਼ਾ ਭੀੜਾ ਹੈ ਜਿਸ ਦੇ ਵਿੱਚੋਂ ਡੋਲੀ ਜਿਹੜੀ ਹੈਗੀ ਆ ਉਹ ਅੱਗੇ ਨਹੀਂ ਜਾਵੇਗੀ। ਤਾਂ ਫਿਰ ਉਹ ਪਿਤਾ ਕਹਿੰਦਾ ਹੈ ਕਿ ਮੈਂ ਆਪਣੇ ਦਰਵਾਜ਼ੇ ਦੀ ਇੱਕ ਇੱਟ ਪੁਟਾ ਦੇਵਾਂਗਾ, ਮਤਲਬ ਉਸਨੂੰ ਥੋੜ੍ਹਾ ਹੋਰ ਖੁੱਲ੍ਹਾ ਕਰ ਦੇਵਾਂਗਾ, ਪਰ ਉਹ ਉਸਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ। ਉਸਦਾ ਵਿਆਹ ਹੋ ਰਿਹਾ ਹੈ ਤਾਂ ਉਸ ਨੂੰ ਆਪਣੇ ਘਰ ਜਾਣਾ ਹੀ ਪਵੇਗਾ। ਤਾਂ ਉਹ ਕਹਿੰਦਾ ਤੂੰ ਆਪਣੀ ਖੁਸ਼ੀ ਜਿਹੜਾ ਹੈਗਾ ਆਪਣੇ ਘਰ ਜਾ। ਇਸ ਲਈ ਉਹ ਦਰਵਾਜ਼ੇ ਦੀ ਇੱਕ ਇੱਟ ਪੁਟਾਉਣ ਵਾਸਤੇ ਵੀ ਤਿਆਰ ਹੋ ਜਾਂਦਾ ਹੈ। ਇੱਕ ਇੱਟ ਪੁਟਾਉਣਾ ਇੱਕ ਸਿੰਬਲ ਲਿਆ ਗਿਆ ਕਿ ਵੀ ਉਹ ਆਪਣੇ ਦਰਵਾਜ਼ੇ ਨੂੰ ਹੋਰ ਖੁੱਲ੍ਹਾ ਕਰ ਸਕਦਾ ਹੈ। ਉਸਦੇ ਲਈ, ਆਪਣੀ ਬੇਟੀ ਦੀਆਂ ਖੁਸ਼ੀਆਂ ਲਈ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ। ਉਸ ਤੋਂ ਅੱਗੇ ਕਹਿੰਦੇ ਆ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ, ਇੱਕ ਟਾਹਲੀ ਪੁਟਾ ਦੇਵਾਂ ਧੀਏ ਘਰ ਜਾ ਆਪਣੇ। ਤਾਂ ਇੱਕ ਪੁਰਾਣੇ ਸਮਿਆਂ ਦੇ ਵਿੱਚ ਇੱਕ ਟਾਹਲੀ, ਜਿਸ ਨੂੰ ਸ਼ੀਸ਼ਮ ਦੀ ਲੱਕੜ ਵੀ ਕਿਹਾ ਜਾਂਦਾ, ਤਾਂ ਉਹ ਬੜੀ ਕੀਮਤੀ ਮੰਨੀ ਜਾਂਦੀ ਹੈ, ਬੜੀ ਵਧੀਆ ਮੰਨੀ ਜਾਂਦੀ ਆ। ਤਾਂ ਹੁਣ ਉਹ ਬਾਗਾਂ ਦੀ ਗੱਲ ਕਰਦੀ ਹੈ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਸਾਰੇ ਪੌਦੇ ਲੱਗੇ ਹੁੰਦੇ ਸੀ, ਫਲਾਂ ਵਾਲੇ ਜਾਂ ਹੋਰ ਛਾਵਾਂ ਵਾਲੇ। ਤਾਂ ਉਹ ਕਹਿੰਦੀ ਹੈ ਵੀ ਉਹਨਾਂ ਦੇ ਵਿਚਕਾਰ ਜਿਹੜਾ ਘਰ ਦੇ ਵਿੱਚੋਂ ਰਸਤਾ ਲੰਘਦਾ ਹੈ ਤਾਂ ਉਹ ਬਾਗਾਂ ਦੇ ਵਿੱਚ ਦੀ ਹੋ ਕੇ ਜਾਂਦਾ ਹੈ। ਤਾਂ ਉਹ ਕਹਿੰਦੀ ਵੀ ਬਾਗਾਂ ਦੇ ਵਿੱਚ ਜਿਹੜੇ ਕੁਝ ਦਰਖਤ ਨੇ ਉਹ ਉਸ ਦੇ ਰਾਹ ਵਿੱਚ ਰੋੜਾ ਬਣ ਗਏ, ਅਤੇ ਇਸ ਕਰਕੇ ਉਹ ਉਸਦਾ ਡੋਲਾ ਜਿਹੜਾ ਹੈ ਉਹਨਾਂ ਦੇ ਬਾਗਾਂ ਦੇ ਵਿੱਚੋਂ ਨਹੀਂ ਲੰਘ ਸਕਦਾ। ਤਾਂ ਉਸਦਾ ਪਿਤਾ ਕਹਿੰਦਾ
ਕਿ ਉਹ ਇੱਕ ਟਾਹਲੀ ਪੁਟਾ ਦੇਵੇਗਾ, ਧੀਏ ਘਰ ਜਾ ਆਪਣੇ। ਉਹ ਆਪਣੀ ਬੇਟੀ ਦੀ ਖੁਸ਼ੀ ਲਈ ਇੱਕ ਜਿਹੜਾ ਹੈਗਾ ਟਾਹਲੀ ਦਾ ਬਿਰਖ ਉਸਨੂੰ ਵੀ ਕਟਵਾ ਸਕਦਾ ਹੈ ਅਤੇ ਉਸਨੂੰ ਕਹਿੰਦਾ ਕਿ ਤੂੰ ਖੁਸ਼ੀ ਖੁਸ਼ੀ ਆਪਣੇ ਘਰ ਜਾ। ਮਤਲਬ ਉਹ ਉਸ ਦੇ ਰਸਤੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਅੜਚਨ ਨਹੀਂ ਆਉਣ ਦਿੰਦਾ। ਉਸ ਤੋਂ ਬਾਅਦ ਅੱਗੇ ਕਹਿੰਦੀ ਆ, ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇਗਾ, ਮੇਰੀਆਂ ਖੇਡਣ ਪੋਤਰੀਆਂ ਨੇ, ਧੀਏ ਘਰ ਜਾ ਆਪਣੇ। ਇਸ ਦੇ ਵਿੱਚ ਫਿਰ ਉਹ ਅਗਲਾ ਬਹਾਨਾ ਮਾਰਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਤੇਰਾ ਜਿਹੜਾ ਘਰ ਦਾ ਵਿਹੜਾ ਹੈ ਉਹ ਸੁੰਨਾ ਹੋ ਜਾਏਗਾ। ਉੱਥੇ ਜਿਹੜੀਆਂ ਮੇਰੀਆਂ ਗੁੱਡੀਆਂ ਪਟੋਲੇ ਨੇ, ਜਿੱਥੇ ਮੈਂ ਖੇਡਦੀ ਹੁੰਦੀ ਸੀ, ਉਹ ਕੌਣ ਖੇਡੇਗਾ। ਤਾਂ ਫਿਰ ਉਹ ਬਾਬਲ ਉਸਨੂੰ ਅੱਗੇ ਕਹਿੰਦਾ ਹੈ ਕਿ ਉਸ ਦਾ ਜਿਹੜਾ ਪੋਤਰੀਆਂ ਨੇ ਉਹ ਉੱਥੇ ਗੁੱਡੀਆਂ ਪਟੋਲੇ ਖੇਡ ਲੈਣਗੀਆਂ। ਇਸ ਲਈ ਉਹ ਕਹਿੰਦਾ ਮੇਰੇ ਸੁੰਨੇ ਵਿਹੜੇ ਦੀ ਪਰਵਾਹ ਨਾ ਕਰੇ ਅਤੇ ਖੁਸ਼ੀ ਖੁਸ਼ੀ ਜਿਹੜਾ ਹੈਗਾ ਆਪਣਾ ਘਰ ਵਸਾਵੇ, ਆਪਣੇ ਘਰ ਜਾਵੇ। ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇਗਾ, ਮੇਰੀਆਂ ਕੱਤਣ ਪੋਤਰੀਆਂ ਨੇ, ਧੀਏ ਘਰ ਜਾ ਆਪਣੇ। ਫਿਰ ਉਹ ਅਗਲਾ ਬਹਾਨਾ ਮਾਰਦੀ ਹੈ, ਉਹ ਆਂਦੀ ਹੈ ਕਿ ਜਿਹੜਾ ਮੇਰਾ ਚਰਖਾ ਹੈ ਉਹ ਕੌਣ ਕੱਤੂਗਾ ਮੇਰੇ ਜਾਣ ਤੋਂ ਬਾਅਦ। ਉਸ ਦੀ ਘੂਕਰ ਜਿਹੜੀ ਤੇਰੇ ਵਿਹੜੇ ਦੇ ਵਿੱਚ ਗੂੰਜਦੀ ਸੀ ਉਹ ਕਿਵੇਂ ਗੂੰਜੇਗੀ ਹੁਣ। ਤਾਂ ਫਿਰ ਉਹ ਕੀ ਕਹਿੰਦਾ ਕਿ ਮੇਰੀਆਂ ਕੱਤਣ ਪੋਤਰੀਆਂ ਨੇ, ਮਤਲਬ ਜਿਹੜੀਆਂ ਆਉਣ ਵਾਲੀ ਪੀੜ੍ਹੀ ਹੈ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਚਰਖਾ ਕੱਤ ਲੈਣਗੀਆਂ। ਇਸ ਲਈ ਉਸਨੂੰ ਆਪਣੇ ਬਾਬਲ ਦੇ ਵਿਹੜੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਤਾਂ ਉਸਨੂੰ ਆਪਣੀ ਖੁਸ਼ੀ ਖੁਸ਼ੀ ਆਪਣਾ ਘਰ ਵਸਾਉਣਾ ਚਾਹੀਦਾ ਹੈ, ਆਪਣੇ ਘਰ ਜਾਣਾ ਚਾਹੀਦਾ ਹੈ। ਅੱਗੇ ਫਿਰ ਲਾਸਟ ਦੇ ਵਿੱਚ ਉਹ ਕਹਿੰਦੀ ਆ, ਮੇਰਾ ਛੁੱਟਾ ਕਸੀਦਾ ਵੇ ਬਾਬਲ ਕੌਣ ਕੱਢੇ, ਮੇਰੀਆਂ ਕੱਢਣ ਪੋਤਰੀਆਂ ਨੇ, ਧੀਏ ਘਰ ਜਾ ਆਪਣੇ। ਕਸੀਦਾ ਹੁੰਦਾ ਹੈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕੁੜੀਆਂ ਆਪਣੇ ਵਿਆਹ ਦਾ ਦਾਜ ਤਿਆਰ ਕਰਦੀਆਂ ਸੀ, ਜਿਸ ਦੇ ਵਿੱਚ ਚਾਦਰਾਂ, ਜਿਹਨਾਂ ਨੂੰ ਆਪਾਂ ਅੱਜ ਕੱਲ੍ਹ ਬੈੱਡ ਸ਼ੀਟ ਕਹਿ ਦਿੰਦੇ ਹਾਂ, ਜਿਹੜੀਆਂ ਆਪਾਂ ਨੂੰ ਰੈਡੀਮੇਡ ਮਿਲ ਜਾਂਦੀਆਂ ਨੇ। ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਜਿਹੜੀਆਂ ਚਾਦਰਾਂ ਹੁੰਦੀਆਂ ਸੀ, ਇਹ ਪਲੇਨ ਕੱਪੜਾ ਲੈ ਕੇ ਉਹਨਾਂ 'ਤੇ ਕਢਾਈ ਕੀਤੀ ਜਾਂਦੀ ਸੀ ਅਤੇ ਕੁਛ ਹੋਰ ਘਰ ਨੂੰ ਸਜਾਉਣ ਵਾਸਤੇ ਕੁਛ ਹੋਰ ਸਮਾਨ ਹੁੰਦਾ ਸੀ, ਜਿਵੇਂ ਪੇਟੀਆਂ ਨੂੰ ਢੱਕਣਾ, ਅਲਮਾਰੀਆਂ ਢੱਕਣਾ, ਹੈ ਨਾ, ਇੱਦਾਂ ਕਰਕੇ ਸੋਫਿਆਂ ਦੇ ਕਵਰ, ਇਹ ਸਾਰੇ ਹੱਥੀਂ ਤਿਆਰ ਕੀਤੇ ਜਾਂਦੇ ਸੀ। ਪਲੇਨ ਕੱਪੜਾ ਲੈ ਕੇ ਉਹਨਾਂ 'ਤੇ ਹੱਥਾਂ ਨਾਲ ਵਰਕ ਕਰਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ ਅਤੇ ਉਸ ਨੂੰ ਕਸੀਦਾ ਕਿਹਾ ਜਾਂਦਾ। ਕਢਾਈ ਕਰਨਾ ਕਸੀਦਾ ਕਿਹਾ ਜਾਂਦਾ। ਉਹ ਕਹਿੰਦੇ ਜਿਹੜੇ ਮੇਰੇ ਕੰਮ ਛੁੱਟ ਚੁੱਕੇ ਨੇ, ਜਿਹੜਾ ਮੇਰਾ ਕਸੀਦਾ ਕੱਢਣ ਵਾਲਾ ਬਾਕੀ ਰਹਿ ਗਿਆ ਹੈ, ਉਹ ਕੌਣ ਕੱਢੂਗਾ, ਮੈਨੂੰ ਮਤਲਬ ਕੁਛ ਕੁ ਦਿਨ ਹੋਰ ਰਹਿਣ ਦੇ, ਮੈਂ ਉਹ ਪੂਰਾ ਕਰ ਲਾਂ। ਤਾਂ ਉਹ ਉਸਦਾ ਪਿਤਾ ਕਹਿੰਦਾ ਹੈ ਕਿ ਇਸ ਤੋਂ ਬਾਅਦ ਉਸ ਦੀਆਂ ਜਿਹੜੀਆਂ ਪੋਤਰੀਆਂ ਨੇ ਉਹ ਤੇਰਾ ਰਹਿੰਦਾ ਹੋਇਆ ਕੰਮ, ਯਾਨੀ ਕਿ ਰਹਿੰਦਾ ਹੋਇਆ ਕਸੀਦਾ ਕੱਢ ਲੈਣਗੀਆਂ। ਉਸਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਉਸਨੂੰ ਖੁਸ਼ੀ ਖੁਸ਼ੀ ਆਪਣੇ ਘਰ ਜਾਣਾ ਚਾਹੀਦਾ ਹੈ। ਸੋ ਇੱਥੇ ਜਿਹੜੀ ਹੈਗੀ ਹੈ ਵਾਰਤਾਲਾਪ ਬਾਪ ਦੀ ਅਤੇ ਇੱਕ ਬੇਟੀ ਦੀ ਹੈ। ਮਹਿਲ ਪੁਰਾਣੇ ਸਮਿਆਂ ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜਾ ਘਰ ਹੁੰਦਾ ਹੈ ਬੇਟੀ ਲਈ ਉਹ ਇੱਕ ਮਹਿਲ ਦੀ ਤਰ੍ਹਾਂ ਹੁੰਦਾ ਹੈ, ਅਤੇ ਪਿਤਾ ਜਿਹੜਾ ਹੁੰਦਾ ਉਸਦਾ ਇੱਕ ਰਾਜੇ ਦੀ ਤਰ੍ਹਾਂ ਹੁੰਦਾ ਹੈ, ਅਤੇ ਮਾਂ ਰਾਣੀ ਰੂਪ ਮੰਨਦੀ ਆ ਉਸਨੂੰ, ਮਾਂ ਨੂੰ, ਹੈ ਨਾ। ਤਾਂ ਇਸ ਕਰਕੇ ਉਹ ਕੀ ਕਹਿੰਦੇ ਆ ਵੀ ਜਿਹੜਾ ਮਹਿਲ ਹੈ ਉਹ ਇੱਕ ਰਾਜੇ ਦੇ ਮਹਿਲ ਨਾਲ ਤੁਲਨਾ ਕਰਦੀ ਹੋਈ ਕੁੜੀ ਉੱਥੇ ਆਪਣੇ ਬਾਬਲ ਨੂੰ ਫਰਿਆਦ ਕਰਦੀ ਹੈ ਕਿ ਉੱਥੇ ਹੋਰ ਰਹਿਣਾ ਚਾਹੁੰਦੀ ਹੈ। ਤਾਂ ਇਹ ਵਾਰਤਾਲਾਪ ਦੇ ਵਿੱਚ ਦੱਸਿਆ ਗਿਆ ਹੈ ਕਿ ਪਿਤਾ ਆਪਣੀ ਬੇਟੀ ਦੀਆਂ ਖੁਸ਼ੀਆਂ ਵਿੱਚ, ਆਪਣੀ ਬੇਟੀ ਦੇ ਭਵਿੱਖ ਵਾਸਤੇ ਕਿਸੇ ਵੀ ਅੜਚਨ ਵਿੱਚ, ਚਾਹੇ ਉਹ ਕਿੰਨੀ ਵੀ ਨੁਕਸਾਨਦਾਇਕ ਕਿਉਂ ਨਾ ਹੋਵੇ, ਉਸ ਨੂੰ ਪਾਰ ਕਰਵਾ ਕੇ ਆਪਣੀ ਬੇਟੀ ਨੂੰ ਉਸਦੇ ਸਹੁਰੇ ਪਰਿਵਾਰ ਵਿੱਚ ਭੇਜਣਾ ਚਾਹੁੰਦਾ ਹੈ, ਉਸਦਾ ਪਰਿਵਾਰ ਵਧਾਉਣਾ ਚਾਹੁੰਦਾ ਹੈ, ਤਾਂ ਜੋ ਉਸ ਨੂੰ ਜਿਹੜੀਆਂ ਪੁਰਾਣੀਆਂ ਸਮੇਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਉਹ ਦੂਰ ਕਰਕੇ ਉਸਨੂੰ ਖੁਸ਼ੀ ਖੁਸ਼ੀ ਆਪਣੇ ਘਰੋਂ ਵਿਦਾ ਕਰਨਾ ਚਾਹੁੰਦਾ ਹੈ। ਤਾਂ ਇੱਥੇ ਜਿਹੜੀ ਹੈਗੀ ਇਹ ਰਚਨਾ ਆਪਣੀ ਅੱਜ ਖਤਮ ਹੁੰਦੀ ਆ।